ਚੈਨਲ ਰਿਤੇਸ਼ ਲੱਖੀ ਅਨਪਲੱਗ ਤੇ ਇੱਕ ਹੋਰ ਖਾਸ ਰਿਪੋਰਟ ਲੈ ਕੇ ਮੈਂ ਫੇਰ ਹਾਜ਼ਰ ਹਾਂ ਤੇ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਕੌਮਾਂਤਰੀ ਪੱਧਰ ਤੇ ਹੋ ਰਹੇ ਨਸ਼ੇ ਦੇ ਵਪਾਰ ਤੇ ਕਾਰੋਬਾਰ ਦੀ। ਜੀ ਹਾਂ, ਉਹੀ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਦਾ ਰੈਕਟ ਜੋ ਕਿ ਦੁਨੀਆ ਪੱਧਰ ਤੇ ਚੱਲਦਾ ਹੈ। ਅਸੀਂ ਦੇਖਿਆ ਹੈ ਕਿ ਸਾਊਥ ਅਮਰੀਕਾ ਦੇ ਮੈਕਸੀਕੋ ਵਰਗੇ ਮੁਲਕਾਂ ਦੇ ਵਿੱਚ ਕਿਸ ਤਰੀਕੇ ਨਾਲ ਬਹੁਤ ਵੱਡੇ ਮਜ਼ਬੂਤ ਡਰੱਗ ਕਾਰਟੇਲਸ ਜਾਂ ਕਹਿ ਲਈਏ ਗੁੱਟ ਜਿਹੜੇ ਹੈਗੇ ਨੇ ਨਸ਼ੇ ਦੀ ਤਸਕਰੀ ਕਰਨ ਵਾਲੇ ਮਾਫੀਆ ਜਿਹੜੇ ਹੈਗੇ ਨੇ ਉਹ ਧੜੱਲੇ ਨਾਲ ਆਪਰੇਟ ਕਰਦੇ ਰਹੇ ਨੇ ਤੇ ਇੰਨੇ ਮਜ਼ਬੂਤ ਇਹ ਕਾਰਟਲ ਰਹੇ ਨੇ ਕਿ ਇਹਨਾਂ ਨੇ ਦੁਨੀਆ ਦੀ ਸੁਪਰ ਪਾਵਰ ਮੰਨੇ ਜਾਂਦੇ ਅਮਰੀਕਾ ਦੇ ਨੱਕ ਵਿੱਚ ਵੀ ਕਈ ਦਹਾਕਿਆਂ ਤੱਕ ਦਮ ਕਰਕੇ ਰੱਖਿਆ। ਬੇਸ਼ੱਕ ਸਥਿਤੀ ਹੁਣ ਥੋੜੀ ਕੰਟਰੋਲ ਵਿੱਚ ਹੈ, ਲੇਕਿਨ ਮੈਕਸੀਕੋ ਤੋਂ ਅਜੇ ਵੀ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਜਾਂ ਉਹ ਡਰੱਗਸ ਕਾਰਟੇਲ ਦੀ ਗਤੀਵਿਧੀਆਂ ਜਾਰੀ ਨੇ। ਲੇਕਿਨ ਸਭ ਤੋਂ ਜ਼ਿਆਦਾ ਚਿੰਤਾਜਨਕ ਗੱਲ ਜੋ ਕਿ ਅੱਜ ਦੇ ਸਾਡੇ ਇਸ ਵੀਡੀਓ ਦਾ ਸਬਬ ਹੈ ਉਹ ਹੈ ਇਸੀ ਸਿਨਾਲੋਆ ਜਾਂ ਮੈਕਸੀਕੋ ਦੇ ਡਰੱਗ ਕਾਰਟੇਲਸ ਦੇ ਤਾਰ ਜਦੋਂ ਇੰਡੋ ਕੈਨੇਡੀਅਨਸ ਦੇ ਨਾਲ ਪੰਜਾਬੀ ਮੂਲ ਦੇ ਭਾਰਤੀ ਮੂਲ ਤੇ ਉਹਨਾਂ ਸਾਡੇ ਪੰਜਾਬੀਆਂ ਦੇ ਨਾਲ ਜੁੜ ਜਾਂਦੇ ਨੇ ਜੋ ਕਿ ਇੰਡੋ ਕੈਨੇਡੀਅਨ ਅਖਵਾਉਂਦੇ ਨੇ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਅਪ੍ਰੈਲ 2021 ਦੇ ਵਿੱਚ ਕੈਨੇਡਾ ਦੀ ਪੁਲਿਸ ਵੱਲੋਂ ਉੱਥੇ ਦੇ ਇੱਕ ਪ੍ਰੋਵਿੰਸ ਦੀ ਯਾਰਕ ਰੀਜਨਲ ਪੁਲਿਸ ਵੱਲੋਂ ਇੱਕ ਬਹੁਤ ਹੀ ਵੱਡੇ ਐਸੇ ਰੈਕਟ ਦਾ ਭੰਡਾਫੋੜ ਕੀਤਾ ਜਾਂਦਾ ਹੈ ਕਿਉਂਕਿ ਇਹ ਜਿਹੜਾ ਕਾਰਟੇਲ ਆਪਰੇਟ ਕਰ ਰਿਹਾ ਹੁੰਦਾ ਹੈ ਇਸ ਵਿੱਚ ਕੰਮ ਕਰਨ ਵਾਲੇ ਜਾਂ ਇਸ ਨੂੰ ਸੰਚਾਲਨ ਇਸ ਦਾ ਕਰਨ ਵਾਲੇ ਜ਼ਿਆਦਾਤਰ ਬਹੁਤਾਤ ਲੋਕ ਪੰਜਾਬੀ ਮੂਲ ਦੇ ਨੇ, ਭਾਰਤੀ ਮੂਲ ਦੇ ਨੇ। ਸਭ ਤੋਂ ਵੱਡੀ ਚਿੰਤਾ ਦਾ ਇਹੀ ਕਾਰਨ ਹੈ ਕਿਉਂਕਿ ਜਿਹੜੇ 33 ਲੋਕਾਂ ਨੂੰ ਅਲੱਗ-ਅਲੱਗ 130 ਅਲੱਗ-ਅਲੱਗ ਮਾਮਲੇ ਆਫੈਂਸਿਸ ਬਣੇ, ਜੁਰਮ ਬਣੇ ਜਿਨ੍ਹਾਂ ਦੇ ਨਾਲ ਚਾਰਜ ਕੀਤਾ ਗਿਆ ਨਾ 33 ਲੋਕਾਂ ਨੂੰ, ਉਹਨਾਂ ਦੇ ਵਿੱਚੋਂ ਤਕਰੀਬਨ 23 ਲੋਕ ਜਿਹੜੇ ਸਨ ਉਹ ਪੰਜਾਬੀ ਮੂਲ ਦੇ ਸਨ। ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਇਸ ਪੂਰੇ ਡਰੱਗ ਕਾਰਟੇਲ ਦੇ ਜਿਸ ਦਾ ਭੰਡਾਫੋੜ ਯਾਰਕ ਰੀਜਨਲ ਪੁਲਿਸ ਨੇ ਕੀਤਾ, 33 ਲੋਕਾਂ ਨੂੰ ਗ੍ਰਿਫਤਾਰ ਕੀਤਾ, ਉਸ ਦੇ ਜਿਹੜੇ ਤਾਰ ਸਨ ਸਿੱਧੇ ਤਰੀਕੇ ਨਾਲ ਅਮਰੀਕਾ ਅਤੇ ਭਾਰਤ ਵਰਗੇ ਮੁਲਕਾਂ ਦੇ ਵਿੱਚ ਬੈਠੇ ਸਰਗਨਾਵਾਂ ਦੇ ਨਾਲ ਤੇ ਸਪਲਾਇਰਸ ਦੇ ਨਾਲ ਜੁੜੇ ਹੋਏ ਸਨ। ਹਾਲਾਂਕਿ ਇਸ ਪੂਰੇ ਮਾਮਲੇ ਦੀ ਤਫਤੀਸ਼ ਜਾਰੀ ਹੈ ਤੇ ਇਸ ਚੀਜ਼ ਦੀ ਭਾਲ ਹੋ ਰਹੀ ਹੈ ਕਿ ਕਿਹੜੇ ਲੋਕ ਇਹਨਾਂ ਨੂੰ ਡਰੱਗਸ ਜਿਹੜੇ ਸੀ ਉਸ ਦੀ ਇੱਕ ਬਹੁਤ ਵੱਡੀ ਖੇਪ ਮੁਹੱਈਆ ਕਰਵਾਇਆ ਕਰਦੇ ਸੀ ਜਿਸ ਨੂੰ ਫਿਰ ਇਹ ਲੋਕਲ ਮਾਰਕੀਟ ਯਾਨੀ ਕਿ ਕੈਨੇਡਾ ਦੀ ਮਾਰਕੀਟ ਦੇ ਵਿੱਚ ਖਪਾਇਆ ਕਰਦੇ ਸਨ। ਲੇਕਿਨ ਅਮਰੀਕਾ ਦੇ ਨਾਲ ਜਿਹੜਾ ਤਾਲਮੇਲ ਕੈਨੇਡਾ ਪੁਲਿਸ ਦਾ, ਯਾਰਕ ਪੁਲਿਸ ਦਾ, RCMP ਰਾਇਲ ਕੈਨੇਡੀਅਨ ਮਾਊਂਟ ਪੁਲਿਸ ਜਿਹੜੀ ਹੈਗੀ ਹੈ ਤੇ ਇਸ ਦੇ ਨਾਲ ਹੀ DEA ਦਾ ਜਿਹੜਾ ਕੰਟਰੀ ਆਫਿਸ ਸੀ ਉਸਨੇ ਜਦੋਂ ਅਮਰੀਕਾ ਦੇ ਨਾਲ ਤਾਲਮੇਲ ਕੀਤਾ, ਅਮਰੀਕਨ DEA ਦੇ ਨਾਲ ਤਾਲਮੇਲ ਕੀਤਾ ਤਾਂ ਬਹੁਤ ਹੈਰਾਨ ਕਰ ਦੇਣ ਵਾਲੇ ਤੇ ਚੌਂਕਾ ਦੇਣ ਵਾਲੇ ਤੱਥ ਸਾਹਮਣੇ ਆਏ। ਇਸ ਤੋਂ ਪਹਿਲਾਂ ਕਿ ਇਸ ਤਫਤੀਸ਼ ਨੂੰ ਆਪਾਂ ਅੱਗੇ ਲੈ ਕੇ ਚੱਲੀਏ ਇਹ ਤੁਹਾਨੂੰ ਦੱਸ ਦਈਏ ਕਿ ਇਸ ਪੂਰੀ ਰੇਡ ਦੇ ਵਿੱਚ ਜਿਸ ਦੇ ਵਿੱਚ ਕਿ ਲਗਭਗ ਤਕਰੀਬਨ 3 ਦਰਜਨ ਦੇ ਆਸ-ਪਾਸ ਲੋਕਾਂ ਨੂੰ ਧਰ ਦਬੋਚਿਆ ਗਿਆ ਸੀ, ਉਸ ਵਿੱਚ ਕਈ ਕਿਲੋ ਕੋਕੇਨ, ਹੈਰੋਇਨ, ਓਪੀਅਮ ਯਾਨੀ ਕਿ ਅਫੀਮ ਤੇ ਉਸ ਤੋਂ ਇਲਾਵਾ ਇੱਕ ਹੋਰ ਕੈਟਾਮਾਈਨ ਨਾਮ ਦੀ ਜਿਹੜੀ ਡਰੱਗ ਹੈ ਜੋ ਕਿ ਸ਼ਡਿਊਲ 3 ਦੀ ਪ੍ਰੋਹਿਬਿਟਡ ਡਰੱਗ ਮੰਨੀ ਗਈ ਹੈ, ਕੰਟਰੋਲ ਡਰੱਗ ਮੰਨੀ ਗਈ ਹੈ, ਉਸ ਦੀ ਬਹੁਤ ਵੱਡੀ ਖੇਪ ਬਰਾਮਦ ਹੋਈ ਸੀ। ਕਈ ਲੱਖ ਜਿਹੜੇ ਡਾਲਰ ਹੈਗੇ ਨੇ ਉਸ ਦੀ ਕਰੰਸੀ, ਤਕਰੀਬਨ 46 ਫਾਇਰ ਆਰਮ ਤੇ ਇਸ ਦੇ ਨਾਲ ਹੀ ਬਹੁਤ ਸੀ ਐਸੀ ਇਨਕ੍ਰਿਮੀਨੇਟਿੰਗ ਜਾਣਕਾਰੀ ਹਾਸਲ ਹੋਈ ਸੀ ਯਾਰਕ ਰੀਜਨਲ ਪੁਲਿਸ ਨੂੰ। ਇੱਕ ਬਹੁਤ ਹੀ ਛੋਟੇ ਜਿਹੇ ਪ੍ਰੋਵਿੰਸ਼ੀਅਲ ਲੈਵਲ ਦੀ ਯਾਰਕ ਰੀਜਨਲ ਪੁਲਿਸ ਨੇ ਅੰਤਰਰਾਸ਼ਟਰੀ ਪੱਧਰ ਦੇ, ਕੌਮਾਂਤਰੀ ਪੱਧਰ ਦੇ ਐਡੇ ਵੱਡੇ ਡਰੱਗ ਰੈਕਟ ਦਾ ਭੰਡਾਫੋੜ ਕਰਤਾ। ਸੋ ਸ਼ੁਰੂਆਤ ਕਰਦੇ ਹਾਂ ਇਸ ਪੂਰੀ ਕਹਾਣੀ ਦੀ, ਯਾਨੀ ਕਿ ਉਹ ਇਨਵੈਸਟੀਗੇਸ਼ਨ ਜੋ ਕਿ ਕੈਨੇਡਾ ਦੀ ਯਾਰਕ ਰੀਜਨਲ ਪੁਲਿਸ ਨੇ ਮੁੱਢਲੇ ਤੌਰ ਤੇ ਸ਼ੁਰੂ ਕੀਤੀ ਸੀ। ਇਸ ਤਰੀਕੇ ਦੀ ਖੁਫੀਆ ਇਨਪੁਟ ਯਾਰਕ ਰੀਜਨਲ ਪੁਲਿਸ ਕੋਲ ਸੀ ਵੀ ਕੈਨੇਡਾ ਦੇ ਵਿੱਚ ਡਰੱਗਸ ਦਾ, ਕੋਕੇਨ ਦਾ, ਹੈਰੋਇਨ ਦਾ ਤੇ ਇਸ ਦੇ ਨਾਲ ਹੀ ਇੱਕ ਕੈਟਾਮਾਈਨ ਨਾਂ ਦੀ ਜਿਹੜੀ ਡਰੱਗ ਹੈ ਉਸ ਦਾ ਬਹੁਤ ਵੱਡੇ ਲੈਵਲ ਦਾ ਗੋਰਖ ਧੰਦਾ ਚੱਲ ਰਿਹਾ ਹੈ ਤੇ ਸਥਾਨਕ ਲੋਕਾਂ ਦੇ ਵਿੱਚ ਇਹ ਨਸ਼ਾ ਨੂੰ ਬਹੁਤ ਸੌਖੇ ਤਰੀਕੇ ਨਾਲ ਬਹੁਤ ਸੇ ਐਸੇ ਲੋਕ ਨੇ ਜੋ ਕਿ ਸਪਲਾਈ ਕਰ ਪਾ ਰਹੇ ਨੇ। ਇੱਕ ਆਪਰੇਸ਼ਨ ਸੀ ਜਿਸ ਦਾ ਨਾਂ ਰੱਖਿਆ ਗਿਆ ਆਪਰੇਸ਼ਨ ਚੀਤਾ। ਉਹੀ ਆਪਰੇਸ਼ਨ ਚੀਤਾ ਜਿਸ ਦੇ ਤਹਿਤ ਕਿ ਅਪ੍ਰੈਲ 2021 ਦੇ ਵਿੱਚ ਬਹੁਤ ਵੱਡੇ ਪੱਧਰ ਦੀ ਧਰਪਕੜ ਤੇ ਬਹੁਤ ਵੱਡੇ ਪੱਧਰ ਦੀਆਂ ਬਰਾਮਦਗੀਆਂ, ਨਸ਼ੇ ਦੀਆਂ ਖੇਪ, ਕਰੰਸੀ ਤੇ ਫਾਇਰ ਆਰਮਸ ਕੈਨੇਡਾ ਦੀ ਪੁਲਿਸ ਨੇ, ਯਾਰਕ ਰੀਜਨਲ ਪੁਲਿਸ ਨੇ ਬਰਾਮਦ ਕੀਤੇ ਸਨ। ਲੇਕਿਨ ਆਪਰੇਸ਼ਨ ਚੀਤਾ ਦੀ ਸਭ ਤੋਂ ਵੱਡੀ ਮਜ਼ਬੂਤੀ ਤੇ ਖਾਸੀਅਤ ਸੀ ਯਾਰਕ ਰੀਜਨਲ ਪੁਲਿਸ ਦੇ ਉਹ ਅੰਡਰਕਵਰ ਏਜੰਟ ਜਾਂ ਆਪਰੇਟਿਵ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਜੋ ਕਿ ਉਹਨਾਂ ਤਸਕਰਾਂ ਦੇ ਨਾਲ, ਉਸ ਗੋਰਖ ਧੰਦੇ ਨੂੰ ਕਰਨ ਵਾਲੇ, ਅੰਜਾਮ ਦੇਣ ਵਾਲੇ ਲੋਕਾਂ ਦੇ ਨਾਲ ਇਨ ਟੱਚ ਸਨ। ਹੈਰਾਨੀ ਦੀ ਗੱਲ ਤੇ ਸਭ ਤੋਂ ਖਾਸ ਗੱਲ ਇਹ ਵੀ ਸੀ ਕਿ ਇਹ ਜਿਹੜੇ ਅੰਡਰਕਵਰ ਏਜੰਟ ਸਨ ਉਹ ਵੀ ਪੰਜਾਬੀ ਮੂਲ ਦੇ ਸਨ, ਯਾਨੀ ਕਿ ਉਹ ਪੰਜਾਬੀ ਮੂਲ ਦੇ ਲੋਕ ਜੋ ਕਿ ਪੰਜਾਬੀ origin ਦੇ ਇੰਡੋ ਕੈਨੇਡੀਅਨਸ ਉਹ ਤਸਕਰਾਂ ਦੇ ਨਾਲ ਆਪਸੀ ਰਾਬਤੇ ਦੇ ਵਿੱਚ ਸਨ। ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਸੀ ਤੇ ਉਹਨਾਂ ਨੇ ਆਪਣੇ ਲਿੰਕਸ ਦੇ ਜ਼ਰੀਏ ਇਹਨਾਂ ਇੰਡੋ ਕੈਨੇਡੀਅਨ ਤਸਕਰਾਂ ਦੇ ਇੱਕ ਬਹੁਤ ਵੱਡੇ ਗੈਂਗ ਦੇ ਨਾਲ ਰਾਬਤਾ ਕਾਇਮ ਕਰਨ ਦੇ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ਕਿ ਇਸ ਆਪਰੇਸ਼ਨ ਨੂੰ ਆਪਰੇਸ਼ਨ ਚੀਤਾ ਦਾ ਨਾਂ ਦਿਆ ਗਿਆ ਕਿਉਂਕਿ ਸਮਝ ਵਿੱਚ ਆ ਚੁੱਕਾ ਸੀ ਵੀ ਇਹ ਆਪਰੇਸ਼ਨ ਹੁਣ ਕਿਸੇ ਨਾ ਕਿਸੇ ਸਹੀ ਸਿੱਟੇ ਤੇ ਪਹੁੰਚੇਗਾ ਕਿਉਂਕਿ ਅੰਡਰਕਵਰ ਏਜੰਟ ਯਾਰਕ ਪੁਲਿਸ ਦੇ ਉਹ ਡਾਇਰੈਕਟਲੀ ਤਸਕਰਾਂ ਦੇ ਕੰਟੈਕਟ ਵਿੱਚ ਸਨ ਤੇ ਇਹ ਦੱਸਿਆ ਜਾਂਦਾ ਹੈ ਵੀ ਇਹ ਮਈ ਜੂਨ 2020 ਦੇ ਵਿੱਚ ਇਸ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਮਈ ਤੋਂ ਜੂਨ ਤੋਂ ਲੈ ਕੇ ਅਕਤੂਬਰ 2020 ਤੱਕ ਇਸ ਆਪਰੇਸ਼ਨ ਦੇ ਤਹਿਤ
ਕਈ ਕਿਲੋ ਜਿਹੜੇ ਨਸ਼ੇ ਦੀ ਖੇਪ ਸੀ ਜਾਂ ਨਸ਼ੇ ਦੀ ਜਿਹੜੀ ਸਪਲਾਈ ਸੀ ਉਸ ਨੂੰ ਇਹਨਾਂ ਤਸਕਰਾਂ ਤੋਂ ਖਰੀਦਿਆ ਗਿਆ। ਯਾਨੀ ਕਿ ਅੰਡਰਕਵਰ ਏਜੰਟਸ ਖੁਦ ਨਸ਼ੇ ਦੇ ਤਸਕਰ ਬਣੇ ਤੇ ਉਹਨਾਂ ਨੇ ਇਹ ਸਪਲਾਈਜ਼ ਜਿਹੜੀਆਂ ਹੈਗੀਆਂ ਜਿਸ ਵਿੱਚ ਕਿ ਕੋਕੇਨ, ਹੈਰੋਇਨ ਤੇ ਕੈਟਾਮੀਨ ਸ਼ਾਮਿਲ ਸਨ। ਇਸ ਤਰੀਕੇ ਨਾਲ ਅੰਡਰਕਵਰ ਜਿਹੜੇ ਏਜੰਟ ਸਨ ਉਹ ਕਾਫੀ ਹੱਦ ਤੱਕ ਤਸਕਰਾਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਤੇ ਹਥਕੰਡਿਆਂ ਤੋਂ ਵਾਕਿਫ ਸਨ। ਕਿਸ ਤਰੀਕੇ ਨਾਲ ਇਹ ਜਿਹੜੇ ਤਸਕਰ ਸਨ ਉਹ WhatsApp ਤੇ ਕਾਲਾਂ ਕਰਦੇ ਸਨ, ਉਹਨਾਂ ਦੀ ਜਿਹੜੀਆਂ ਕਮਿਊਨੀਕੇਸ਼ਨ ਸੀ ਉਹਦਾ ਕੋਈ ਡਿਜੀਟਲ ਟ੍ਰੇਸ ਨਾ ਬਚੇ, ਇਸ ਚੀਜ਼ ਦੀ ਮੁਕੰਮਲ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾਂਦੀ ਸੀ। ਬਾਕਾਇਦਾ ਜਦੋਂ ਵੀ ਨਸ਼ੇ ਦੀ ਸਪਲਾਈ ਜਾਂ ਖੇਪ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਲਿਜਾਣਾ ਹੁੰਦਾ ਸੀ, ਬਹੁਤ ਸੀ ਗੱਡੀਆਂ ਵਰਤੀਆਂ ਜਾਂਦੀਆਂ ਸਨ, ਬਹੁਤ ਸੀ ਗੱਡੀਆਂ ਅਦਲਾ ਬਦਲੀਆਂ ਕੀਤੀਆਂ ਜਾਂਦੀਆਂ ਸਨ। ਕਈ ਥਾਵਾਂ ਦੇ ਉੱਤੇ ਲਾਸਟ ਟਾਈਮ ਤੇ ਜਿਹੜਾ ਡਿਲੀਵਰੀ ਦੇ ਸਪੌਟਸ ਹੁੰਦੇ ਸਨ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਸੀ। ਸੋ ਜੂਨ 2020 ਤੋਂ ਲੈ ਕੇ ਅਕਤੂਬਰ 2020 ਤੱਕ ਇਹ ਪੂਰਾ ਸਿਲਸਿਲਾ ਚੱਲਿਆ ਤੇ ਕੈਨੇਡਾ ਦੀ ਜਿਹੜੀ ਪੁਲਿਸ ਸੀ, ਯਾਰਕ ਰੀਜਨਲ ਪੁਲਿਸ, ਉਸਦੇ ਜਿਹੜੇ ਡਿਟੈਕਟਿਵ ਸਨ ਯਾਨੀ ਕਿ ਉਸਦੇ ਜਿਹੜੇ ਜਾਸੂਸ ਸਨ, ਉਸਦੇ ਜਿਹੜੇ ਅੰਡਰਕਵਰ ਏਜੰਟ ਸਨ, ਉਹਨਾਂ ਨੇ ਕਾਫੀ ਹੱਦ ਤੱਕ ਜਿਹੜੀ ਜਾਣਕਾਰੀ ਇਸ ਪੂਰੇ ਗੋਰਖ ਧੰਦੇ ਦੀ, ਇਸ ਪੂਰੇ ਨੈਟਵਰਕ ਦੀ ਲਾ ਲਈ ਸੀ। ਲੇਕਿਨ ਇੱਕ ਚੀਜ਼ ਜੋ ਕਿ ਯਾਰਕ ਰੀਜਨਲ ਪੁਲਿਸ ਦੇ ਸਮਝ ਵਿੱਚ ਅਜੇ ਤੱਕ ਨਹੀਂ ਆ ਰਹੀ ਸੀ ਉਹ ਇਹ ਸੀ ਕਿ ਆਖਿਰ ਨਸ਼ੇ ਦੀ ਐਡੀ ਵੱਡੀ ਖੇਪ ਤੇ ਸਪਲਾਈ ਇਹਨਾਂ ਤਸਕਰਾਂ ਕੋਲ, ਜੋ ਕਿ ਜ਼ਿਆਦਾਤਰ ਗ੍ਰੇਟਰ ਟੋਰਾਂਟੋ ਦੇ ਇਲਾਕੇ ਦੇ ਵਿੱਚ ਆਪਰੇਟ ਕਰਦੇ ਸਨ, ਉਹਨਾਂ ਨੂੰ ਕਿੱਥੋਂ ਆ ਰਹੀ ਹੈ। ਸੋ ਇਸ ਲਈ ਮਦਦ ਹੋਰ ਵੀ ਮਹਿਕਮਿਆਂ ਦੀ ਲਈ ਗਈ। ਰਾਇਲ ਕੈਨੇਡੀਅਨ ਮਾਊਂਟ ਪੁਲਿਸ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਯਾਰਕ ਪੁਲਿਸ ਦੇ ਨਾਲ ਸੀ। ਇਸ ਤੋਂ ਇਲਾਵਾ ਕੈਨੇਡਾ ਦੀ ਜਿਹੜੀ ਇੰਟੈਲੀਜੈਂਸ ਸਰਵਿਸਿਜ਼ ਸਨ। ਇਸ ਤੋਂ ਇਲਾਵਾ ਮਦਦ ਲਈ ਗਈ ਅਮਰੀਕਾ ਦੀ ਸਭ ਤੋਂ ਸ਼ਕਤੀਸ਼ਾਲੀ ਮੰਨੀ ਜਾਂਦੀ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਯਾਨੀ ਕਿ DEA ਤੋਂ। DEA ਦਾ ਜਿਹੜਾ ਕੰਟਰੀ ਆਫਿਸ ਸੀ ਕੈਨੇਡਾ ਦੇ ਵਿੱਚ, ਉਸ ਤੋਂ ਇਸ ਚੀਜ਼ ਦੀ ਜਾਣਕਾਰੀ ਮੰਗੀ ਗਈ ਤੇ ਉਸ ਨੂੰ ਕਈ ਐਸੇ ਸੁਰਾਗ ਦਿੱਤੇ ਗਏ ਜਿਸ ਤੋਂ ਕਿ ਇਹ ਸਾਬਤ ਤੇ ਸਥਾਪਿਤ ਹੁੰਦਾ ਸੀ ਕਿ ਕੈਨੇਡਾ ਦੇ ਵਿੱਚ ਵਿਚਰ ਰਹੇ ਇਹ ਸਾਰੇ ਤਸਕਰ ਜੋ ਕਿ ਧੜੱਲੇ ਦੇ ਨਾਲ ਕੋਕੇਨ ਤੇ ਹੈਰੋਇਨ ਦੀ ਸਪਲਾਈ ਕੈਨੇਡਾ ਦੇ ਸ਼ਹਿਰਾਂ, ਲੋਕਲ ਮਾਰਕੀਟਸ ਦੇ ਵਿੱਚ ਕਰ ਪਾ ਰਹੇ ਸਨ। ਉਹਨਾਂ ਨੂੰ ਜਿਹੜੀ ਖੇਪ ਆ ਰਹੀ ਸੀ ਉਹ ਅਮਰੀਕਾ ਦੇ ਕੈਲੀਫੋਰਨੀਆ ਤੋਂ ਮਿਲ ਰਹੀ ਸੀ। 2 ਜਾਂ 3 ਨਾਮ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਉੱਭਰੇ, ਜਿਨ੍ਹਾਂ ਦੇ ਵਿੱਚੋਂ ਮੇਨ ਨਾਮ ਸੀ ਪਰਮਪ੍ਰੀਤ ਸਿੰਘ ਉਰਫ ਡੱਡੀ। ਪਰਮਪ੍ਰੀਤ ਸਿੰਘ ਡੱਡੀ, ਇਸ ਤੋਂ ਇਲਾਵਾ ਅਮਨਦੀਪ ਮੁਲਤਾਨੀ ਤੇ ਰਣਵੀਰ ਸਿੰਘ, ਇਹ 3 ਐਸੇ ਨਾਂ ਸਨ ਜੋ ਕਿ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ, ਸੈਕਰਾਮੈਂਟੋ ਦੇ ਵਿੱਚ ਆਇਡੈਂਟੀਫਾਈ ਕੀਤੇ ਗਏ ਉਹਨਾਂ ਸਪਲਾਇਰਸ ਦੇ ਰੂਪ ਵਿੱਚ ਜੋ ਕਿ ਕੈਨੇਡਾ ਬੇਸ ਉਹ ਸਾਰੇ ਡਰੱਗ ਸਮਗਲਰਾਂ ਨੂੰ ਉਹ ਹੈਰੋਇਨ, ਉਹ ਕੋਕੇਨ ਜਾਂ ਉਹ ਕੈਟਾਮਾਈਨ ਸਪਲਾਈ ਕਰਦੇ ਆ ਰਹੇ ਸਨ। ਜਾਣਕਾਰੀ ਮਿਲਣ ਤੋਂ ਬਾਅਦ ਅਮਰੀਕਾ ਦੀ DEA ਦੀ ਜਿਹੜੀ ਯੂਨਿਟ ਸੀ ਉਸਨੇ ਬਹੁਤ ਹੀ ਮਿਹਨਤ ਦੇ ਨਾਲ ਸਰਵੇਲੈਂਸ ਜਿਹੜੀ ਸੀ ਉਹ ਲਗਾਤਾਰ ਇਹ 3 ਲੋਕਾਂ ਜੋ ਕਿ ਫਿਰ ਪੰਜਾਬੀ ਮੂਲ ਦੇ ਸਨ, ਬਹੁਤ ਵੱਡੇ ਸਰਗਨਾ ਮੰਨੇ ਜਾਂਦੇ ਸਨ, ਉੱਥੇ ਬਹੁਤ ਚੰਗੇ ਕਾਰੋਬਾਰੀ ਸਨ, ਆਪਣੇ ਬੈਂਕੁਏਟ ਹਾਲ ਤੋਂ ਲੈ ਕੇ ਆਪਣੀ ਟਰਾਂਸਪੋਰਟ ਕੰਪਨੀਆਂ ਤੱਕ ਚਲਾ ਰਹੇ ਸਨ। ਮਲਟੀ ਮਿਲੀਅਨ ਦੇ ਵਿੱਚ ਇਹਨਾਂ ਲੋਕਾਂ ਦਾ ਕੰਮਕਾਜ ਸੀ। ਇਹ ਕਿਸੇ ਨੂੰ ਵੀ ਆਈਡੀਆ ਨਹੀਂ ਸੀ ਕਿ ਇਹ ਲੋਕ ਨਸ਼ੇ ਦਾ ਐਡਾ ਵੱਡਾ ਕਾਰੋਬਾਰ ਜਾਂ ਗੋਰਖ ਧੰਦਾ ਅਮਰੀਕਾ ਦੇ ਵਿੱਚ ਬੈਠ ਕੇ ਚਲਾ ਰਹੇ ਨੇ ਜਿਸ ਦੀ ਸਪਲਾਈ ਕੈਨੇਡਾ ਦੇ ਵਿੱਚ ਦਿੱਤੀ ਜਾਂਦੀ ਹੈ। ਸੋ ਪਰਮਪ੍ਰੀਤ ਸਿੰਘ ਡੱਡੀ, ਅਮਨਦੀਪ ਮੁਲਤਾਨੀ ਤੇ ਇਸ ਤੋਂ ਇਲਾਵਾ ਰਣਵੀਰ ਸਿੰਘ, ਇਹ ਤਿੰਨਾਂ ਉੱਤੇ ਕਈ ਮਹੀਨੇ ਤੱਕ ਸਰਵੇਲਾਂਸ ਰੱਖੀ ਗਈ। ਇਹ ਦੱਸਿਆ ਜਾਂਦਾ ਹੈ ਕਿ ਅਕਤੂਬਰ 2020 ਦੇ ਵਿੱਚ ਯਾਰਕ ਰੀਜਨਲ ਪੁਲਿਸ ਅਤੇ ਜਿਹੜਾ DEA ਦਾ ਲੋਕਲ ਆਫਿਸ ਸੀ ਉਸਨੇ ਅਮਰੀਕਾ ਦੇ ਆਪਣੇ ਕਾਊਂਟਰਪਾਰਟ ਆਫਿਸ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਉਹੀ ਅੰਡਰਕਵਰ ਜਿਹੜੇ ਏਜੰਟ ਸਨ ਜੋ ਕਿ ਯਾਰਕ ਪੁਲਿਸ ਦੇ ਏਜੰਟ ਸਨ ਤੇ ਯਾਰਕ ਪੁਲਿਸ ਲਈ ਕੰਮ ਕਰ ਰਹੇ ਸਨ, ਡਰੱਗਸ ਦੇ ਸਮਗਲਰਾਂ ਦੇ ਨਾਲ ਤਾਲਮੇਲ ਪੂਰਾ ਉਹਨਾਂ ਨੇ ਬਿਠਾ ਲਿਆ ਸੀ ਤੇ ਕਈ ਵਾਰ ਕਈ ਕਿਲੋ ਜਿਹੜੀ ਨਸ਼ੇ ਦੀ ਖੇਪ ਸੀ ਜਾਂ ਨਸ਼ੇ ਦੀ ਸਪਲਾਈ ਸੀ ਉਸ ਨੂੰ ਕਈ ਹਜ਼ਾਰ ਕੈਨੇਡੀਅਨ ਡਾਲਰ ਦੇ ਕੇ ਖੁਦ ਖਰੀਦ ਵੀ ਲਿਆ ਸੀ। ਇੱਕ ਪੂਰਾ ਵਿਸ਼ਵਾਸ ਜਿੱਤ ਲਿਆ ਸੀਗਾ ਇਸ ਪੂਰੇ ਨਸ਼ੇ ਦੇ ਗੋਰਖ ਧੰਦੇ ਦੇ ਖੇਡ ਦੇ ਵਿੱਚ। ਉਸ ਤੋਂ ਬਾਅਦ ਇਹੀ ਅੰਡਰਕਵਰ ਜਿਹੜੇ ਏਜੰਟ ਹੈ ਇਹ ਅਮਰੀਕਾ ਪਹੁੰਚਦੇ ਨੇ। ਅਮਰੀਕਾ ਦੇ ਵਿੱਚ ਅਕਤੂਬਰ 2020 ਤੋਂ ਲੈ ਕੇ ਅਪ੍ਰੈਲ 2021 ਤੱਕ ਆਪਾਂ ਇਹ ਵੀ ਸਮਝ ਲਈਏ ਵੀ ਅਕਤੂਬਰ 2020 ਤੱਕ ਹੀ ਕੈਨੇਡਾ ਪੁਲਿਸ ਨੇ ਯਾਨੀ ਕਿ ਯਾਰਕ ਰੀਜਨਲ ਪੁਲਿਸ ਅਤੇ ਹੋਰ ਏਜੰਸੀਜ਼ ਨੇ ਐਸੀ ਬਹੁਤ ਸੀ ਜਾਣਕਾਰੀ ਵੀ ਉਪਲਬਧ ਕਰਾ ਲਈ ਸੀ। ਉਹਨਾਂ ਕੋਲ ਐਸੀ ਬਹੁਤ ਸੀ ਪੁਖਤਾ ਜਾਣਕਾਰੀ ਸੀ ਤੇ ਉਹ तमाम ਨਸ਼ੇ ਦੇ ਜਿਹੜੇ ਸਪਲਾਈਆਂ ਸਨ ਉਹਨਾਂ ਨੂੰ ਬਕਾਇਦਾ ਕਈ ਡਾਲਰ ਦੇ ਕੇ ਖਰੀਦਿਆ ਵੀ ਜਾ ਚੁੱਕਿਆ ਸੀ। ਜੇ ਚਾਹੁੰਦੀ ਯਾਰਕ ਪੁਲਿਸ ਜਾਂ ਫਿਰ ਕੈਨੇਡਾ ਪੁਲਿਸ ਤਾਂ ਅਕਤੂਬਰ 2020 ਦੇ ਵਿੱਚ ਹੀ ਇਸ ਪੂਰੇ ਡਰੱਗਸ ਦੇ ਗੋਰਖ ਧੰਦੇ ਦਾ ਭੰਡਾ ਫੋੜ ਹੋ ਸਕਦਾ ਸੀ ਤੇ ਉਹ ਜਿਹੜੇ 33 ਲੋਕ ਕੈਨੇਡਾ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਉਹਨਾਂ ਨੂੰ ਅਕਤੂਬਰ 2020 ਦੇ ਵਿੱਚ ਹੀ ਫੜਿਆ ਜਾ ਸਕਦਾ ਸੀ ਬਹੁਤ ਸੌਖੇ ਤਰੀਕੇ ਨਾਲ, ਕਿਉਂਕਿ ਸਭ ਕੁਝ ਮੌਜੂਦ ਸੀ। ਉਹ ਸਾਰੇ ਐਵੀਡੈਂਸ ਜੋ ਕਿ ਅਪ੍ਰੈਲ 2021 ਦੀ ਰੇਡ ਦੇ ਵਿੱਚ ਹਾਸਲ ਹੋਏ ਉਹ ਸਭ ਕੁਝ ਅਕਤੂਬਰ 2020 ਦੇ ਵਿੱਚ ਵੀ ਕਾਫੀ ਹੱਦ ਤੱਕ ਅਵੇਲੇਬਲ ਸੀ। ਲੇਕਿਨ ਕਿਉਂਕਿ ਇਸ ਪੂਰੇ ਮਾਮਲੇ ਨੂੰ ਸਿਰਫ ਕੈਨੇਡਾ ਦੀ ਧਰਤੀ ਤੱਕ ਹੀ ਸੀਮਿਤ ਨਹੀਂ ਸੀ ਰੱਖਿਆ ਜਾ ਰਿਹਾ, ਇਸ ਪੂਰੀ ਇਨਵੈਸਟੀਗੇਸ਼ਨ ਨੂੰ ਕੈਨੇਡਾ ਤੋਂ ਗਾਹਾਂ ਨਿਕਲ ਕੇ ਅਮਰੀਕਾ ਦੇ ਵਿੱਚ ਵੀ ਲਿਜਾਇਆ ਜਾ ਚੁੱਕਾ ਸੀ ਤੇ ਕੈਲੀਫੋਰਨੀਆ, ਸੈਕਰਾਮੈਂਟੋ ਦੇ ਵਿੱਚ ਉਹਨਾਂ ਸਰਗਨਾਵਾਂ ਦੇ ਹੁਣ ਉੱਤੇ ਨਜ਼ਰ ਸੀ ਤੇ ਉਹਨਾਂ ਤੋਂ ਹੁਣ ਇਹਨਾਂ ਸਪਲਾਈਆਂ ਨੂੰ ਹਾਸਲ ਕਰਨ ਦੀ ਜਿਹੜੀ ਪੂਰੀ ਗੱਲਬਾਤ ਸੀ ਉਹ ਸ਼ੁਰੂ ਹੁੰਦੀ ਹੈ। ਉਹੀ ਅੰਡਰਕਵਰ ਏਜੰਟ ਜਿਹੜੇ ਕਿ ਯਾਰਕ ਪੁਲਿਸ ਦੇ ਪੰਜਾਬੀ ਮੂਲ ਦੇ ਪੁਲਿਸ ਅਫਸਰ ਸਨ ਉਹਨਾਂ ਨੇ ਹੀ ਤਾਲਮੇਲ ਜਾ ਕੇ ਹੁਣ ਅਮਰੀਕਾ ਦੇ ਇਹਨਾਂ ਪਰਮਪ੍ਰੀਤ ਢੱਡੀ ਅਤੇ
ਅਮਨ ਜਿਹੜਾ ਮੁਲਤਾਨੀ ਸੀ ਉਸ ਦੇ ਨਾਲ ਸਥਾਪਿਤ ਕੀਤਾ। ਪਰਮਪ੍ਰੀਤ ਢੱਡੀ, ਅਮਨਦੀਪ ਮੁਲਤਾਨੀ ਅਤੇ ਰਣਵੀਰ ਤੋਂ ਕਈ ਵਾਰ ਨਸ਼ੇ ਦੀ ਸਪਲਾਈ ਨੂੰ ਹਾਸਲ ਕਰਨ ਦੇ ਵਿੱਚ ਅੰਡਰਕਵਰ ਏਜੰਟ ਕਾਮਯਾਬ ਹੋ ਪਾਏ। ਇਸ ਪੂਰੀ ਕਾਰਵਾਈ ਨੂੰ ਰਿਕਾਰਡ ਕੀਤਾ ਗਿਆ, ਰਿਕਾਰਡ ਤੇ ਲਿਆ ਗਿਆ ਤੇ ਇਸ ਦਾ ਸਾਰਾ ਡਿਜੀਟਲ ਜਿਹੜਾ ਐਵੀਡੈਂਸ ਹੈ, ਰਿਕਾਰਡ ਹੈ, ਉਹਨਾਂ ਨੂੰ ਕਈ ਮਹੀਨੇ ਤੱਕ ਮੇਨਟੇਨ ਕੀਤਾ ਗਿਆ। ਸ਼ੁਰੂਆਤੀ ਸਟੇਜ ਦੇ ਵਿੱਚ ਜਿਹੜੀ ਜ਼ਿਆਦਾ ਸਪਲਾਈ ਪਰਮਪ੍ਰੀਤ ਢੱਡੀ ਤੋਂ ਉਹ ਲਈ ਗਈ ਉਹ ਸੀ ਕੈਟਾਮੀਨ ਦੀ, ਕਿਉਂਕਿ ਦਰਜੇ ਦੇ ਵਿੱਚ ਕੈਟਾਮੀਨ ਥੋੜੀ ਜੀ ਹਲਕੀ ਜਿਹੜੀ ਡਰੱਗ ਹੈ ਮੰਨੀ ਜਾਂਦੀ ਹੈ ਤੇ ਕੋਕੇਨ ਤੇ ਹੈਰੋਇਨ ਤੱਕ ਪਹੁੰਚਣ ਲਈ ਸਮਾਂ ਲੱਗਣਾ ਸੀ। ਕਈ ਮੁਲਾਕਾਤਾਂ ਤੋਂ ਬਾਅਦ ਅਲੱਗ-ਅਲੱਗ ਤਰੀਕਾਂ ਤੇ ਹੋਈਆਂ ਮੁਲਾਕਾਤਾਂ ਤੇ ਕਈ ਹਜ਼ਾਰ ਡਾਲਰ ਦੇ ਕੇ, ਅਮਰੀਕੀ ਡਾਲਰ ਇਸ ਵਾਰ ਦਿੱਤੇ ਗਏ ਤੇ ਇਹ ਜਿਹੜੇ ਨਸ਼ੇ ਸੀ ਉਹਨਾਂ ਨੂੰ, ਕੈਟਾਮੀਨ ਨੂੰ ਖਾਸ ਕਰਕੇ ਖਰੀਦਿਆ ਗਿਆ। ਲੇਕਿਨ ਇਸ ਤੋਂ ਕੁਝ ਹੀ ਮਹੀਨੇ ਬਾਅਦ ਜਦੋਂ ਪੂਰਾ ਵਿਸ਼ਵਾਸ ਪਰਮਪ੍ਰੀਤ ਢੱਡੀ ਦਾ ਹੋ ਚੁੱਕਾ ਸੀ ਇਹਨਾਂ ਅੰਡਰਕਵਰ ਆਪਰੇਟਿਵਸ ਜਿਨ੍ਹਾਂ ਦੇ ਨਾਂ ਨਹੀਂ ਲਏ ਜਾ ਸਕਦੇ, ਉਸ ਤੋਂ ਬਾਅਦ ਫਿਰ ਵਾਰੀ ਆਈ ਹੈਰੋਇਨ ਤੇ ਕੋਕੇਨ ਦੀ, ਜਿਸ ਦੀ ਖੇਪ ਇਹ ਤਿੰਨੋਂ ਜਿਹੜੇ ਵੱਡੇ ਸਰਗਨਾ ਸਨ, ਪਰਮਪ੍ਰੀਤ ਢੱਡੀ, ਮੁਲਤਾਨੀ ਅਤੇ ਰਣਵੀਰ, ਉਹਨਾਂ ਨੇ ਇਹਨਾਂ ਅੰਡਰਕਵਰ ਏਜੰਟਸ ਨੂੰ ਮੁਹੱਈਆ ਕਰਾਏ। ਇਹਨਾਂ ਨੂੰ ਆਈਡੀਆ ਨਹੀਂ ਸੀ ਕਿਉਂਕਿ ਕੈਨੇਡਾ ਤੋਂ ਜਿਹੜਾ ਰਿਸੋਰਸ ਜਾਂ ਰੈਫਰੈਂਸ ਲੈ ਕੇ ਇਹ ਅੰਡਰਕਵਰ ਏਜੰਟ ਆਏ ਸਨ, ਉਸ ਦੇ ਮੁਤਾਬਿਕ ਕਿਸੇ ਨੂੰ ਵੀ ਸੁਪਨੇ ਵਿੱਚ ਇਹ ਖਿਆਲ ਨਹੀਂ ਸੀ ਆ ਸਕਦਾ ਵੀ ਇਹ ਯਾਰਕ ਪੁਲਿਸ ਦੇ ਸੀਕ੍ਰੇਟ ਏਜੰਟਸ ਨੇ। ਲੇਕਿਨ ਇਹ ਸਪਲਾਈਆਂ ਲਗਾਤਾਰ ਕਈ ਮਹੀਨੇ ਤੱਕ ਲੈਂਦੇ ਰਹੇ ਤੇ ਇਸ ਤੋਂ ਬਾਅਦ ਅਪ੍ਰੈਲ 2021 ਦੇ ਵਿੱਚ ਆ ਕੇ ਜਦ ਤੱਕ ਪੁਲਿਸ ਕੋਲ ਸਾਰੇ ਸਬੂਤ ਇਕੱਠੇ ਹੋ ਚੁੱਕੇ ਸਨ, DEA ਦੀ ਇਨਵੈਸਟੀਗੇਸ਼ਨ ਮੁਕੰਮਲ ਹੋ ਚੁੱਕੀ ਸੀ, ਇਹ ਚੀਜ਼ ਸਾਬਤ ਹੋ ਚੁੱਕੀ ਸੀ ਵੀ ਹੁਣ ਅਮਰੀਕਾ ਦੇ ਵਿੱਚ ਇਹ ਸਰਗਨਾ ਹੈਗੇ ਨੇ ਤੇ ਕੈਨੇਡਾ ਦੇ ਵਿੱਚ ਉਹੀ ਤਕਰੀਬਨ 30 ਤੋਂ ਲੈ ਕੇ 33 ਦੇ ਆਸ-ਪਾਸ ਲੋਕ ਜੋ ਕਿ ਇਸ ਪੂਰੇ ਗੋਰਖ ਧੰਦੇ ਦੇ ਵਿੱਚ ਇਨਵੋਲਵ ਨੇ, ਉਹਨਾਂ ਦੇ ਸਾਰੇ ਲੋਕੇਸ਼ਨ, ਉਹਨਾਂ ਦੇ ਸਾਰੇ ਟਾਰਗੇਟ ਲੋਕੇਸ਼ਨਸ, ਉਹਨਾਂ ਦੀ ਸਾਰੀਆਂ ਗੱਡੀਆਂ, ਉਹ ਸਾਰਾ ਜਿਹੜਾ ਡੇਟਾ ਹੈ ਪੁਲਿਸ ਕੋਲ ਪ੍ਰੋਪਰ ਤਰੀਕੇ ਨਾਲ ਆ ਚੁੱਕਾ ਸੀ। ਉਸ ਤੋਂ ਬਾਅਦ ਉਹ ਛਾਪੇ ਪਾਏ ਗਏ ਜੋ ਕਿ ਸ਼ਾਇਦ ਅਕਤੂਬਰ 2020 ਦੇ ਵਿੱਚ ਹੀ ਪੈ ਸਕਦੇ ਸਨ। ਸੋ ਅਪ੍ਰੈਲ 8 2021 ਨੂੰ ਤਰ ਦਬੋਚਿਆ ਗਿਆ। ਇੱਕ ਬਹੁਤ ਵੱਡਾ ਜਿਹੜਾ ਗਿਰੋਹ ਸੀ ਉਸ ਨੂੰ ਕਾਬੂ ਕੀਤਾ ਗਿਆ। ਇੱਕ ਕੌਮਾਂਤਰੀ ਗਿਰੋਹ ਸੀ ਜਿਸ ਨੇ ਕਿ ਨਸ਼ੇ ਦੇ ਗੋਰਖ ਧੰਦੇ ਜਾਂ ਨਸ਼ੇ ਦੇ ਉਸ ਜ਼ਹਿਰ ਨੂੰ ਕੈਨੇਡਾ ਦੀ ਮਾਰਕੀਟਾਂ ਦੇ ਵਿੱਚ ਪਹੁੰਚਾਉਣ ਦਾ ਕੰਮ ਫੜ ਰੱਖਿਆ ਸੀ ਤੇ ਉਸ ਵਿੱਚ ਇਹ ਕਈ ਸਾਲਾਂ ਤੋਂ ਲੱਗੇ ਹੋਏ ਸਨ। ਤਕਰੀਬਨ 25 ਸਾਲਾਂ ਦੀ ਉਮਰ ਤੋਂ ਲੈ ਕੇ 60 ਸਾਲਾਂ ਤੱਕ ਦੇ ਉਹ ਲੋਕ ਜੋ ਕਿ ਸਮਾਜ ਦੇ ਵਿੱਚ ਬਹੁਤ ਹੀ ਉਤਲੇ ਪੱਧਰ ਤੇ ਵਿਚਰਦੇ ਰਹੇ ਸਨ, ਜਿਨ੍ਹਾਂ ਤੇ ਕੋਈ ਵੀ ਸ਼ੱਕ ਨਹੀਂ ਸੀ ਕਰ ਸਕਦਾ ਇਸ ਗੋਰਖ ਧੰਦੇ ਤੇ ਇਸ ਡਰੱਗਸ ਦੇ ਕਾਟਲ ਦੇ ਵਿੱਚ, ਉਹ ਵੀ ਇਸ ਦਾ ਹਿੱਸਾ ਸਨ। ਬਾਅਦ ਦੇ ਵਿੱਚ ਜਦੋਂ 33 ਗ੍ਰਿਫਤਾਰੀਆਂ ਹੋਈਆਂ ਤੇ ਪੰਜਾਬੀ ਮੂਲ ਦੇ ਐਡੀ ਵੱਡੀ ਗਿਣਤੀ ਦੇ ਇੰਡੋ ਕੈਨੇਡੀਅਨਸ ਨੂੰ ਤਰ ਦਬੋਚਿਆ ਗਿਆ ਤਾਂ ਪੂਰੇ ਦੇਸ਼ ਤੇ ਦੁਨੀਆ ਦੇ ਵਿੱਚ ਜਿਹੜੀਆਂ ਖਬਰਾਂ ਬਣੀਆਂ ਉਸਨੇ ਸਾਰੇ ਪੰਜਾਬੀਆਂ ਦਾ ਸਰ ਇੱਕ ਵਾਰ ਫੇਰ ਸ਼ਰਮ ਦੇ ਨਾਲ ਝੁਕਾਇਆ। ਫੜੇ ਗਏ ਸਾਰੇ ਤਸਕਰਾਂ ਨੂੰ ਜਿਹੜੀਆਂ ਵੀ ਸਪਲਾਈਆਂ ਮਿਲਦੀਆਂ ਸਨ ਨਸ਼ੇ ਦੀਆਂ, ਖਾਸ ਕਰਕੇ ਕੋਕੇਨ ਦੀ ਤੇ ਹੈਰੋਇਨ ਦੀ, ਉਸ ਨੂੰ ਉਸ ਦਾ ਓਰੀਜਨ ਜਾਂ ਉਸ ਦਾ ਜਿਹੜਾ ਆਧਾਰ ਹੈ ਉਸ ਨੂੰ ਮੈਕਸੀਕੋ ਦੇ ਵਿੱਚ ਲੱਭਿਆ ਗਿਆ ਹੈ। ਇਸ ਤੋਂ ਇਲਾਵਾ ਭਾਰਤ, ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਵੀ ਉਹ ਜਿਹੜੀ ਨਸ਼ੇ ਦੀ ਖੇਪ ਸੀ ਬਾਕਾਇਦਾ ਕੈਲੀਫੋਰਨੀਆ ਪਹੁੰਚਦੀ ਸੀ, ਸੈਕਰਾਮੈਂਟੋ ਦੇ ਵਿੱਚ ਇਹ ਲੋਕਾਂ ਵੱਲੋਂ ਆਪਣੇ ਜਿਹੜੇ ਜਿੰਨੇ ਵੀ ਇਹਨਾਂ ਦੇ ਜਿਹੜੇ ਡਿਸਟ੍ਰੀਬਿਊਟਰ ਸਨ ਕਹਿ ਲਓ ਜਾਂ ਜਿਹੜੇ ਵੀ ਹੋਰ ਨਸ਼ੇ ਦੇ ਤਸਕਰ ਇਹਨਾਂ ਤੋਂ ਮਾਲ ਸਪਲਾਈ ਲੈਂਦੇ ਸਨ, ਉਹਨਾਂ ਕੋਲ ਇਹਨਾਂ ਦਾ ਦਾਅਵਾ ਹੁੰਦਾ ਸੀ ਵੀ ਜਿੰਨੇ ਕਿਲੋ ਹੈਰੋਇਨ ਜਾਂ ਕੋਕੇਨ ਇਹਨਾਂ ਨੂੰ ਚਾਹੀਦੀ ਹੈ, ਕੈਟਾਮੀਨ ਇਹਨਾਂ ਨੂੰ ਚਾਹੀਦੀ ਹੈ, ਉਹ ਮੁਹੱਈਆ ਕਰਵਾਤੀ ਜਾਏਗੀ ਬਹੁਤ ਹੀ ਘੱਟ ਨੋਟਿਸ ਦੇ ਉੱਤੇ। ਤੇ ਆਪਾਂ ਸਮਝ ਸਕਦੇ ਹਾਂ ਵੀ ਅਮਰੀਕਾ ਦੀ ਸਰਜ਼ਮੀ ਉੱਤੇ ਜਿੱਥੇ ਕਿ ਨਸ਼ੇ ਦੀ ਤਸਕਰੀ ਇੱਕ ਬਹੁਤ ਹੀ ਸੀਰੀਅਸ ਆਫੈਂਸ ਹੈ ਜਿਸ ਦੇ ਖਿਲਾਫ ਪੂਰੀ ਫੈਡਰਲ ਸਰਕਾਰ ਅਮਰੀਕਾ ਦੀ ਬਹੁਤ ਸਖਤ ਹੈ, ਉਸ ਥਾਂ ਤੇ ਬੈਠ ਕੇ ਵੀ ਇਹ ਲੋਕਾਂ ਨੇ ਅਲੱਗ-ਅਲੱਗ ਬਿਜ਼ਨੈਸਿਸ ਦੀ ਆੜ ਦੇ ਵਿੱਚ ਆਪਣੇ ਇਸ ਗੋਰਖ ਧੰਦੇ ਨੂੰ ਤੋੜ ਰੱਖਿਆ ਸੀਗਾ। ਅੱਜ ਦੀ ਸਥਿਤੀ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੇ 3 ਸਰਗਨਾ ਸਨ ਉਹਨਾਂ ਦੇ ਵਿੱਚੋਂ 2 ਨੂੰ ਬੇਲ ਮਿਲ ਚੁੱਕੀ ਹੈ, ਲੇਕਿਨ ਬੇਲ ਦਾ ਮਤਲਬ ਅਮਰੀਕਾ ਦੇ ਵਿੱਚ ਉਹ ਬੇਲ ਨਹੀਂ ਹੁੰਦਾ ਜੋ ਕਿ ਭਾਰਤ ਦੇ ਵਿੱਚ ਹੁੰਦਾ ਹੈ। ਬੇਲ ਬਹੁਤ ਸੀਰੀਅਸ ਬੇਲ ਹੁੰਦੀ ਹੈ, ਕਈ ਮਿਲੀਅਨ ਡਾਲਰਸ ਦੀ ਜਿਹੜੀ ਸ਼ੋਰਟੀ ਹੈ ਉਹ ਭਰ ਕੇ ਇਹ ਬੇਲ ਮਿਲਦੀ ਹੈ ਤੇ ਉਸ ਤੋਂ ਬਾਅਦ ਇਹ ਲੋਕਾਂ ਨੂੰ ਉੱਥੇ ਚਾਰਜ ਕਰਤਾ ਗਿਆ ਹੈ ਤੇ ਜਿਹੜਾ ਐਵੀਡੈਂਸ ਅਦਾਲਤ ਦੇ ਵਿੱਚ ਰੱਖਿਆ ਗਿਆ ਹੈ ਜੋ ਕਿ DEA ਦੇ ਜਿਹੜੇ ਸਾਰਜੈਂਟ ਜਾਂ ਸਪੈਸ਼ਲ ਏਜੰਟ ਜਿਨ੍ਹਾਂ ਨੇ ਪੂਰੀ ਤਫਤੀਸ਼ ਨੂੰ ਕੀਤਾ, ਜਿਸ ਬੇਸ ਉੱਤੇ ਇਹ ਵਾਰੰਟ ਜਾਰੀ ਕੀਤੇ ਗਏ, ਇਹਨਾਂ ਦੀ ਗ੍ਰਿਫਤਾਰੀਆਂ ਕੀਤੀਆਂ ਗਈਆਂ, ਉਹ ਐਡੀ ਇੱਕ ਪੁਖਤਾ ਇਨਫੋਰਮੇਸ਼ਨ ਯਾਨੀ ਇੱਕ ਪੁਖਤਾ ਇਨਵੈਸਟੀਗੇਸ਼ਨ ਹੈ ਜਿਸ ਤੋਂ ਬਾਅਦ ਇਹ ਜਿਹੜੇ ਲੋਕ ਹੈ, ਇਹ ਜਿਹੜੇ ਤਸਕਰ ਹੈਗੇ ਨੇ, ਇਹ ਜਿਹੜੇ ਸਰਗਨਾ ਹੈਗੇ ਨੇ, ਇਹਨਾਂ ਦਾ ਅਦਾਲਤਾਂ ਤੋਂ, ਕਾਨੂੰਨ ਤੋਂ ਬਚ ਪਾਣਾ ਲਗਭਗ ਅਸੰਭਵ ਨਜ਼ਰ ਆ ਰਿਹਾ ਹੈ। ਇਸ ਦੇ ਇਲਾਵਾ ਜਿਹੜੇ ਕੈਨੇਡਾ ਦੇ ਵਿੱਚ ਪੁਲਿਸ ਵੱਲੋਂ ਯਾਰਕ ਰੀਜਨਲ ਪੁਲਿਸ ਜਿਸ ਨੇ ਕਿ ਇਸ ਪੂਰੇ ਮਾਮਲੇ ਦੀ ਟ੍ਰੇਲ ਜਾਂ ਇਸ ਪੂਰੇ ਇਨਵੈਸਟੀਗੇਸ਼ਨ ਦੀ ਸ਼ੁਰੂਆਤ ਕੀਤੀ ਸੀ, ਉਹ ਵੀ ਸ਼ਲਾਘਾ ਦਾ ਪਾਤਰ ਹੈ ਕਿਉਂਕਿ ਉੱਥੇ ਵੀ ਮੁਕੱਦਮੇਬਾਜ਼ੀ ਜਿਹੜੀ ਹੈ ਉਹ ਲਗਾਤਾਰ ਹੋਏਗੀ। ਲੇਕਿਨ ਇਹ ਦੱਸ ਦਈਏ ਵੀ ਕੈਨੇਡਾ ਤੇ ਅਮਰੀਕਾ ਦੀ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਨੇ, ਉਹ DEA ਹੋਵੇ ਜਾਂ ਯਾਰਕ ਦੀ ਰੀਜਨਲ ਪੁਲਿਸ ਹੋਵੇ ਜਾਂ ਫਿਰ RCMP ਹੋਵੇ, ਉਹਨਾਂ ਨੇ ਆਪਣੀਆਂ ਪੜਤਾਲਾਂ ਨੂੰ ਇੰਨੇ ਸਾਇੰਟੀਫਿਕ ਤਰੀਕੇ ਨਾਲ ਅੰਜਾਮ ਦਿੱਤਾ ਹੈ, ਇੰਨੇ ਸਾਇੰਟੀਫਿਕ ਤਰੀਕੇ ਨਾਲ ਇਸ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਐਵੀਡੈਂਸ ਇਕੱਠੇ ਕੀਤੇ ਗਏ ਨੇ ਜਿਸ ਤੋਂ ਕਿ ਬਹੁਤ ਮੁਸ਼ਕਿਲ ਹੈ ਇਹਨਾਂ ਤਸਕਰਾਂ ਦਾ ਬਚ ਕੇ ਨਿਕਲ ਪਾਣਾ। ਇਸ ਪੂਰੀ ਇਨਵੈਸਟੀਗੇਸ਼ਨ ਨੂੰ ਦੱਸਣ ਦੀ ਲੋੜ ਇਸ ਵਾਸਤੇ ਪਈ ਹੈ ਕਿਉਂਕਿ ਭਾਰਤ ਅਤੇ ਪੰਜਾਬ ਦੇ ਸੰਦਰਭ ਵਿੱਚ ਸਾਨੂੰ ਇਹਨਾਂ ਏਜੰਸੀਆਂ ਤੋਂ, DEA ਤੋਂ ਤੇ ਕੈਨੇਡਾ ਦੀ ਜਿਹੜੀਆਂ ਏਜੰਸੀਆਂ ਨੇ ਉਹਨਾਂ ਤੋਂ ਬਹੁਤ ਸਬਕ ਸਿੱਖਣੇ ਪੈਣੇ ਹੈਗੇ ਨੇ। ਕਿਸ ਤਰੀਕੇ ਨਾਲ ਇੱਕ
डिजिटल ਸਰਵੇਲੈਂਸ ਦੇ ਜ਼ਰੀਏ ਇੱਕ ਬਹੁਤ ਹੀ ਸਾਇੰਟੀਫਿਕ ਪੜਤਾਲ ਦੇ ਜ਼ਰੀਏ ਤੇ ਬਹੁਤ ਹੀ ਪੇਸ਼ੈਂਟਲੀ ਯਾਨੀ ਕਿ ਬਹੁਤ ਹੀ ਠਰਮੇ ਦੇ ਨਾਲ ਜੇ ਪੜਤਾਲ ਕੀਤੀ ਜਾਂਦੀ ਹੈ ਤੇ ਇਸ ਚੀਜ਼ ਦੀ ਕਾਹਲੀ ਕੀਤੇ ਬਗੈਰ ਵੀ ਜੇ ਛੋਟੇ-ਮੋਟੇ ਤਸਕਰ ਸਾਡੇ ਹੱਥ ਵਿੱਚ ਆ ਜਾਣਗੇ ਤੇ ਅਸੀਂ 2-4-500 ਗ੍ਰਾਮ ਜਿਹੜਾ ਨਸ਼ਾ ਉਹਨਾਂ ਤੇ ਪਾ ਕੇ ਵਾਵਾ ਲੁੱਟ ਲਾਂਗੇ। ਇਹ ਜਿਹੜੀ ਮੈਂਟੈਲਿਟੀ ਇਸ ਮਾਨਸਿਕਤਾ ਤੋਂ ਉੱਭਰ ਕੇ ਪੂਰੇ ਮਾਮਲੇ ਦਾ ਭੰਡਾ ਫੋੜਨਾ ਯਾਨੀ ਕਿ ਉਸ ਸਪਲਾਈ ਲਾਈਨ ਦਾ ਲੱਕ ਤੋੜਨਾ ਜਿਸ ਦਾ ਦਾਅਵਾ ਤੇ ਜਿਸ ਦਾ ਵਾਅਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਸੀ, ਇਹ ਜ਼ਰੂਰੀ ਹੈ ਵੀ ਅਸੀਂ ਇਸ ਕਿਸਮ ਦੀ ਏਜੰਸੀਜ਼ ਤੋਂ ਸਿੱਖੀਏ ਵੀ ਇਸ ਤਰੀਕੇ ਦੀ ਇਨਵੈਸਟੀਗੇਸ਼ਨ ਨਾਲ ਹੀ ਨਸ਼ੇ ਦੀ ਤਸਕਰੀ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਫਿਰ ਛੋਟੀ-ਛੋਟੀ ਮੱਛੀਆਂ ਜਾਂ ਫਿਰ ਲਿਮਿਟਿਡ ਜਾਂ ਮੀਡੀਓਕਰ ਲੈਵਲ ਦੇ ਮਗਰਮੱਛ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਘੁਟਾਲੇ ਹੈਗੇ ਨੇ ਜਾਂ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਡਰੱਗਸ ਕਾਰਟੇਲ ਚੱਲ ਰਹੇ ਹੈਗੇ ਨੇ ਹੱਥ ਉਹਨਾਂ ਤੇ ਵੀ ਪੈ ਸਕਦਾ ਹੈ। ਮੈਂ ਇੱਕ ਆਪਣੇ ਪੁਰਾਣੇ ਵੀਡੀਓ ਦੇ ਵਿੱਚ ਇੰਸਪੈਕਟਰ ਜਿਹੜਾ ਇੰਦਰਜੀਤ ਸੀ CIA ਦਾ ਇੰਚਾਰਜ ਸੀ ਉਸ ਉੱਤੇ ਵੀਡੀਓ ਦਿਖਾਈ ਸੀ ਵੀ ਕਿਸ ਤਰੀਕੇ ਨਾਲ ਲੋਕਾਂ ਤੋਂ ਪੈਸੇ ਲੈ ਕੇ ਜਾਂ ਤਸਕਰਾਂ ਤੋਂ ਹੀ ਪੈਸੇ ਲੈ ਕੇ ਉਹਨਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਜਿਹੜੀਆਂ ਬੇਲਾਂ ਮਿਲ ਜਾਂਦੀਆਂ ਸਨ ਤੇ ਬਾਅਦ ਦੇ ਵਿੱਚ ਉਹਨੂੰ ਖੁਦ ਹੀ STF ਨੇ ਧਰ ਦਬੋਚਿਆ। ਉਹ ਲੋਕ ਜੋ ਕਿ ਨਸ਼ੇ ਦੇ ਖਿਲਾਫ ਲੜਾਈ ਲੜ ਰਹੇ ਸਨ ਉਹੀ ਬਾਅਦ ਦੇ ਵਿੱਚ ਨਸ਼ੇ ਦੀ ਤਸਕਰੀ ਦੇ ਕੇਸਾਂ ਦੇ ਵਿੱਚ ਹੁਣ ਜੇਲ੍ਹਾਂ ਦੇ ਵਿੱਚ ਅੰਦਰ ਬੈਠੇ ਨੇ। ਸੋ ਜਦ ਤੱਕ ਇਹ ਸਿਸਟਮ ਬਦਲੇਗਾ ਨਹੀਂ, ਕੈਨੇਡਾ ਤੇ ਅਮਰੀਕਾ ਵਰਗੇ ਮੁਲਕਾਂ DEA ਅਤੇ RCMP ਜਾਂ ਫਿਰ ਯਾਰਕ ਰੀਜਨਲ ਪੁਲਿਸ ਵਰਗੀਆਂ ਪੁਲਿਸ ਫੋਰਸਾਂ ਜਾਂ ਉਹਨਾਂ ਦੇ ਤਫਤੀਸ਼ੀਆ ਤਰੀਕਿਆਂ ਤੋਂ ਅਸੀਂ ਲਾਇਸੈਂਸ ਨਹੀਂ ਲਵਾਂਗੇ ਤਦ ਤੱਕ ਨਸ਼ੇ ਦੇ ਖਿਲਾਫ ਲੜਾਈ ਤੇ ਨਸ਼ੇ ਦੇ ਖਿਲਾਫ ਜੰਗ ਜਿੱਤਣਾ ਮੁਸ਼ਕਲ ਹੈ। ਫਿਰ ਨਸ਼ੇ ਦੇ ਲੱਕ ਨੂੰ ਭੰਨਣ ਦੀ ਜਾਂ ਉਹ ਸਪਲਾਈ ਚੇਨ ਨੂੰ ਬੰਦ ਕਰਨ ਦੀ ਜਾਂ ਉਸ ਦਾ ਲੱਕ ਤੋੜਨ ਦੇ ਦਾਅਵੇ ਰਹਿਣਗੇ ਤੇ ਹਰ ਚੋਣਾਂ ਦੇ ਵਿੱਚ ਹਰ ਆਉਣ ਵਾਲਾ ਮੁੱਖ ਮੰਤਰੀ ਦਾਅਵੇ ਕਰਿਆ ਕਰੇਗਾ। ਲੇਕਿਨ ਆਉਣ ਵਾਲੇ 4.5 ਸਾਲ ਅਸੀਂ ਉਹਦੇ ਆਪਣੇ ਪੁਲਿਸ ਅਫਸਰਾਂ ਨੂੰ ਘੁਲਦੇ ਵੇਖ ਲਿਆ, ਅਸੀਂ ਪੁਲਿਸ ਅਫਸਰਾਂ ਨੂੰ ਜੇਲ੍ਹਾਂ ਦੇ ਵਿੱਚ ਜਾਂਦੇ ਦੇਖ ਲਿਆ ਤੇ ਨਸ਼ੇ ਦੇ ਜਿਹੜੇ ਤਸਕਰ ਹੈਗੇ ਨੇ ਉਹਨਾਂ ਨੂੰ ਅਦਾਲਤਾਂ ਵਿੱਚੋਂ ਬਾਇਜ਼ਤ ਬਰੀ ਹੁੰਦੇ ਵੇਖਿਆ ਹੈ। ਇਹ ਭਾਰਤ ਦਾ ਸਿਸਟਮ ਹੈ ਤੇ ਇਹ ਕੈਨੇਡਾ ਤੇ ਅਮਰੀਕਾ ਦਾ। ਸੋ ਇੱਕ ਤਰੀਕੇ ਨਾਲ ਅਸੀਂ ਸਲਾਮ ਕਰਦੇ ਹਾਂ, ਸਲੂਟ ਕਰਦੇ ਹਾਂ ਉਹਨਾਂ ਏਜੰਸੀਆਂ ਨੂੰ, ਉਹਨਾਂ ਅੰਡਰਕਵਰ ਏਜੰਟਸ ਨੂੰ, ਆਪਰੇਟਿਵਸ ਨੂੰ ਜੋ ਕਿ ਯਾਰਕ ਰੀਜਨਲ ਪੁਲਿਸ ਲਈ ਕੰਮ ਕਰ ਰਹੇ ਸਨ ਲੇਕਿਨ ਉਹਨਾਂ ਨੇ ਆਪਣੇ ਸਮਾਜ ਲਈ, ਆਪਣੀ ਕਮਿਊਨਿਟੀਜ਼ ਲਈ ਬਹੁਤ ਵੱਡਾ ਕੰਮ ਕੀਤਾ, ਬਹੁਤ ਵੱਡਾ ਜ਼ੋਖਿਮ ਚੁੱਕਿਆ, ਅੰਡਰਕਵਰ ਏਜੰਟ ਦੇ ਰੂਪ ਵਿੱਚ ਆਪਣੇ ਆਪ ਨੂੰ ਉਸ ਖਤਰੇ ਵਿੱਚ ਪਾਇਆ ਵੀ, ਨਸ਼ੇ ਦੀ ਖੇਪਾਂ ਬਰਾਮਦ ਕੀਤੀਆਂ। ਐਸੇ ਬਹੁਤ ਸੇ ਆਫਿਸਰ ਪੰਜਾਬ ਦੇ ਵਿੱਚ ਵੀ ਨੇ, ਭਾਰਤ ਦੇ ਵਿੱਚ ਵੀ ਨੇ ਜੋ ਕਿ ਆਪਣੀ ਜਾਨ ਦੀ ਬਾਜ਼ੀ ਲਾ ਕੇ ਇਹ ਕੰਮ ਕਰ ਸਕਦੇ ਨੇ। ਲੇਕਿਨ ਸਾਡੇ ਇੱਥੇ ਪੋਲੀਟੀਕਲ ਸੈਟਅਪ ਹੈ ਉਹ ਐਡਾ ਭ੍ਰਸ਼ਟ ਤੇ ਕਰਪਟ ਹੋ ਚੁੱਕਾ ਹੈ ਵੀ ਉਹ ਇਸ ਤਰੀਕੇ ਦੇ ਲੋਕਾਂ ਤੋਂ ਸਹੀ ਤਰੀਕੇ ਨਾਲ ਕੰਮ ਲੈ ਪਾ ਸਕਦਾ ਹੈ। ਇਸ ਉੱਤੇ ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਸੰਸਾ ਹੈ। ਗਾਹੇ ਬਗਾਹੇ ਇਸ ਤਰੀਕੇ ਦੀਆਂ ਖਬਰਾਂ ਜਿਸ ਦੇ ਵਿੱਚ ਕਿ ਨਸ਼ੇ ਦੀ ਛੋਟੀ-ਮੋਟੀ ਮਾਤਰਾ ਦੇ ਨਾਲ ਕੋਈ ਛੋਟਾ-ਮੋਟਾ ਤਸਕਰ ਕਾਬੂ ਆ ਜਾਂਦਾ ਹੈ ਉਹ ਸਾਡੇ ਲਈ ਕੋਈ ਜ਼ਿਆਦਾ ਸਕੂਨ ਦਾ ਸਬਬ ਨਹੀਂ ਹੋਣਾ ਚਾਹੀਦਾ। ਸਾਡੀ ਕੋਖ ਜਿਹੜੀ ਅਸਲੀ ਹੋਣੀ ਚਾਹੀਦੀ ਹੈ ਉਹਨਾਂ ਪੜਤਾਲਾਂ ਦੇ ਵਿੱਚ ਜੋ ਕਿ ਕੀ ਮੁਕੰਮਲ ਨਤੀਜਿਆਂ ਤੱਕ ਪਹੁੰਚ ਪਾਈਆਂ, ਕੀ ਤਸਕਰਾਂ ਨੂੰ ਜੇ ਫੜਿਆ ਗਿਆ ਸਹੀ ਫੜਿਆ ਗਿਆ, ਗਲਤ ਫੜਿਆ ਗਿਆ ਤੇ ਜੇ ਸਹੀ ਫੜਿਆ ਗਿਆ ਫਿਰ ਅਦਾਲਤਾਂ ਦੇ ਵਿੱਚ ਮੁਕੱਦਮੇ ਇੰਨੇ ਦੇਰ ਨਾਲ ਕਿਉਂ ਲੜੇ ਗਏ ਜਾਂ ਫਿਰ ਅਦਾਲਤਾਂ ਨੇ ਉਹ ਬੈਨੀਫਿਟ ਜਾਂ ਬੇਲਾਂ ਜ਼ਮਾਨਤਾਂ ਉਹ ਤਸਕਰਾਂ ਨੂੰ ਕਿਉਂ ਦਿੱਤੀਆਂ ਜਾਂ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਬਰੀ ਹੀ ਕਿਉਂ ਕਰਤਾ। ਇਹ ਸਾਰੀ ਚੀਜ਼ਾਂ ਜਾਂਚ ਦਾ ਵਿਸ਼ਾ ਹੈਗਾ, ਕੋਖ ਦਾ ਵਿਸ਼ਾ ਹੈ ਤੇ ਸਮੇਂ-ਸਮੇਂ ਤੇ ਅਸੀਂ ਇਸ ਨੂੰ ਕਰਦੇ ਵੀ ਰਹਿ ਰਹੇ ਹਾਂ। ਲੇਕਿਨ ਅੱਜ ਦਾ ਸਾਡਾ ਸੰਦਰਭ ਸੀ ਅਮਰੀਕਾ ਤੇ ਕੈਨੇਡਾ ਦੀਆਂ ਏਜੰਸੀਆਂ ਦੀ ਉਹ ਪੁਖਤਾ ਇਨਵੈਸਟੀਗੇਸ਼ਨ ਜਿਸ ਦਾ ਨਾਂ ਸੀ ਆਪਰੇਸ਼ਨ ਚੀਤਾ ਤੇ ਬਹੁਤ ਵੱਡੀ ਕਾਮਯਾਬੀ ਇਸ ਆਪਰੇਸ਼ਨ ਦੇ ਵਿੱਚ ਮਿਲੀ। ਇੰਡੋ ਕੈਨੇਡੀਅਨਸ ਨੂੰ ਧਰ ਦਬੋਚਿਆ ਗਿਆ ਤੇ ਇੱਕ ਵਾਰ ਫਿਰ ਮੈਸੇਜ ਤੇ ਸੁਨੇਹਾ ਪੰਜਾਬੀਆਂ ਲਈ ਹੈ ਕਿ ਘੱਟੋ-ਘੱਟ ਨਸ਼ੇ ਦੇ ਇਸ ਕਾਰੋਬਾਰ ਦੇ ਵਿੱਚ ਜਿਸ ਤਰੀਕੇ ਦੀ ਸ਼ਮੂਲੀਅਤ ਪੰਜਾਬ ਦੇ ਵਿੱਚ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਪੰਜਾਬੀ ਭਾਈਚਾਰੇ ਦੀ ਜਾਂ ਫਿਰ ਭਾਰਤੀ ਮੂਲ ਦੇ ਲੋਕਾਂ ਦੀ ਨਜ਼ਰ ਆ ਰਹੀ ਹੈ ਉਹ ਬਹੁਤ ਹੀ ਮੰਦਭਾਗੀ ਹੈ। ਉਸ ਉੱਤੇ ਕਿਤੇ ਨਾ ਕਿਤੇ ਸਾਨੂੰ ਆਤਮ ਚਿੰਤਨ ਕਰਨਾ ਪੈਣਾ, ਇੰਟਰੋਸਪੈਕਸ਼ਨ ਕਰਨੀ ਪੈਣੀ ਹੈ ਕਿ ਆਖਿਰ ਇਹ ਸਾਡੀ ਕਮਿਊਨਿਟੀਜ਼ ਦੇ ਨਾਲ ਹੀ ਕਿਉਂ ਹੋ ਰਿਹਾ ਹੈ। ਸਾਡੇ ਲੋਕ ਹੀ ਕਿਉਂ ਪੈਸਾ ਕਮਾਉਣ ਦੀ ਹਵਸ ਦੇ ਵਿੱਚ ਜਾਂ ਉਸ ਹੋੜ ਦੇ ਵਿੱਚ ਨਸ਼ੇ ਦੀ ਤਸਕਰੀ ਵਰਗੇ ਬਹੁਤ ਹੀ ਜ਼ਿਆਦਾ ਗੈਰ ਕਾਨੂੰਨੀ ਜਿਹੜੇ ਕੰਮ ਹੈ ਉਹ ਵੀ ਕਰਨ ਲਈ ਮਜਬੂਰ ਹੋ ਰਹੇ ਨੇ ਜਾਂ ਫਿਰ ਲਾਲਚ ਉਹਨਾਂ ਨੂੰ ਉਧਰ ਖਿੱਚ ਕੇ ਲੈ ਕੇ ਜਾ ਰਿਹਾ ਹੈ। ਬਹਿਰਹਾਲ ਅੱਜ ਦੀ ਰਿਪੋਰਟ ਵਿੱਚ ਇੰਨਾ ਹੀ। ਉਮੀਦ ਕਰਾਂਗੇ ਇੱਕ ਵੱਖਰਾ ਸਬਜੈਕਟ ਸੀ ਜਿਸ ਨੂੰ ਅਸੀਂ ਛੂਇਆ ਹੈ। ਹੋਰ ਇਹੋ ਜਿਹੀਆਂ ਰਿਪੋਰਟਸ ਲਈ ਵੇਟ ਕਰੋ। ਰਿਤੇਸ਼ ਲੱਖੀ ਅਨਪਲੱਗ ਦੇ ਨਾਲ ਜੁੜੇ ਰਹੋ।